BTC ਨਿਊਜ਼ ਦਾ ਖਾਸ ਧਾਰਮਿਕ ਨਜ਼ਰਾਨਾ ਸਿੱਖ ਸਰਗਰਮੀਆਂ ਲੈ ਕੇ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਰਾਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਸਿੱਖ ਕੌਮ ਦੀਆਂ ਲੰਘੇ ਹਫ਼ਤੇ ਦੀਆਂ ਕੁਝ ਖਾਸ ਧਾਰਮਿਕ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਹਾਂ। ਇਹਨਾਂ ਗਤੀਵਿਧੀਆਂ ਦੇ ਵਿੱਚ ਖਾਸ ਤੌਰ ਤੇ ਅਸੀਂ ਸਿੱਖ ਮਸਲੇ, ਇਤਿਹਾਸਿਕ ਦਿਹਾੜੇ ਤੇ ਦੇਸ਼ ਵਿਦੇਸ਼ ਦੇ ਵਿੱਚ ਹੋ ਰਹੀਆਂ ਧਾਰਮਿਕ ਸਰਗਰਮੀਆਂ ਤੇ ਝਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਕੀ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ, ਉਸ ਬਾਰੇ ਵੀ ਜਾਣਕਾਰੀ ਦਿੰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕਿਆਂ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੇ ਨਾਲ। जनवरी 1682 ਨੂੰ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਸਥਿਤ ਪਿੰਡ ਪਹੂਵਿੰਡ ਵਿਖੇ ਪਿਤਾ ਭਾਈ ਭਗਤਾ ਜੀ ਅਤੇ ਮਾਤਾ ਜਿਉਣੀ ਜੀ ਦੇ ਘਰ ਪੈਦਾ ਹੋਏ ਅਨੋਖੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਮਾਤਾ ਪਿਤਾ ਜੀ ਦੀ ਇਕਲੌਤੀ ਸੰਤਾਨ ਸਨ। ਬਚਪਨ ਵਿੱਚ ਹੀ ਉਹਨਾਂ ਦੇ ਮਾਤਾ ਪਿਤਾ ਪਿਆਰ ਨਾਲ ਉਹਨਾਂ ਨੂੰ ਦੀਪਾ ਆਖ ਕੇ ਬੁਲਾਇਆ ਕਰਦੇ ਸਨ। ਛੋਟੀ ਉਮਰ ਵਿੱਚ ਆਪ ਜੀ ਦੀ ਧਾਰਮਿਕ ਪ੍ਰਵਿਰਤੀ ਨੂੰ ਵੇਖਦਿਆਂ ਹੋਇਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਨੂੰ 12 ਸੂਰਵੀਰ ਯੋਧਾ ਵੀ ਸਨ। ਕਈ ਭਾਸ਼ਾਵਾਂ ਦੇ ਵਿੱਚ ਬਾਬਾ ਜੀ ਨੇ 1705 ਤੋਂ 1728 ਤੱਕ ਭਾਈ ਮਨੀ ਸਿੰਘ ਜੀ ਦੇ ਨਾਲ ਮਿਲ ਕੇ ਕਈ ਹਸਤ ਲਿਖਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਲੋਕਾਂ ਦੇ ਵਿੱਚ ਵੰਡੇ ਅਤੇ ਸਿੱਖ ਧਰਮ ਨਾਲ ਉਹਨਾਂ ਨੂੰ ਜੋੜਿਆ। ਸਨ 1757 ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਦੇ ਲਈ ਬਾਬਾ ਦੀਪ ਸਿੰਘ ਜੀ ਨੇ ਮੁਗਲਾਂ ਦੇ ਨਾਲ ਲੋਹਾ ਲਿਆ ਤੇ ਗੋਲਵਾੜ ਵਿਖੇ ਹੋਏ ਯੁੱਧ ਦੇ ਵਿੱਚ ਆਪਣੇ ਸੀਸ ਨੂੰ ਰੱਖ ਕੇ ਸੱਜੇ ਹੱਥ ਆਪਣੀ 2 ਧਾਰੀ ਖੰਡੇ ਨਾਲ ਮੁਗਲਾਂ ਦਾ ਸਫਾਇਆ ਕਰਦਿਆਂ ਹੋਇਆਂ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਈ ਸੀ, ਜਿੱਥੇ ਉਹਨਾਂ ਆਪਣਾ ਸੀਸ ਸਮਰਪਿਤ ਕਰ ਦਿੱਤਾ। ਇਹ ਸਥਾਨ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਵਿੱਚ ਸਥਿਤ ਹੈ। ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਵੀ ਕਈ ਯੁੱਧ ਲੜੇ। ਪੂਰੀ ਦੁਨੀਆ ਦੇ ਵਿੱਚ ਅਨੋਖੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 26 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਉਹਨਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼ਹੀਦਗੰਜ ਅਤੇ ਸ੍ਰੀ ਹਰਿਮੰਦਰ ਸਾਹਿਬ ਤੇ ਇਸ ਦਿਹਾੜੇ ਨੂੰ ਸਮਰਪਿਤ ਖਾਸ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ, ਕਥਾਵਾਚਕ, ਕਵੀਸ਼ਰੀ ਢਾਡੀ ਗੁਰਜਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਬਾ ਜੀ ਦਾ ਜਨਮ ਦਿਹਾੜਾ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾਏਗਾ। ਇਸ ਨੂੰ ਸਮਰਪਿਤ ਇੱਕ ਅਲੌਕਿਕ ਨਗਰ ਕੀਰਤਨ ਵੀ 25 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਜਾਏਗਾ ਤੇ ਜਨਮ ਦਿਹਾੜੇ ਵਾਲੇ ਦਿਨ ਸਾਰਾ ਦਿਨ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹੇਗਾ ਤੇ ਦੇਰ ਸ਼ਾਮ ਨੂੰ ਅਲੌਕਿਕ ਆਤਿਸ਼ਬਾਜ਼ੀ ਦਾ ਵੀ ਪ੍ਰਬੰਧ ਕੀਤਾ ਜਾਏਗਾ। ਉਹਨਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਦਿਹਾੜੇ ਤੇ ਗੁਰੂ ਘਰ ਪਹੁੰਚਣ ਦੀ ਅਪੀਲ ਕੀਤੀ। ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਹੈ ਉਹ 26 ਤਰੀਕ ਨੂੰ ਗੁਰਦੁਆਰਾ ਸ਼ਹੀਦਗੰਜ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਸ ਸਬੰਧ ਦੇ ਵਿੱਚ ਪਹਿਲਾਂ 25 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਰਾਮਦਾਸ ਰਾਹ ਤੋਂ ਨਗਰ ਕੀਰਤਨ ਜੋ ਆਰੰਭ ਹੋਵੇਗਾ ਔਰ ਮਿੱਥੇ ਮਾਰਗ ਵੱਖ-ਵੱਖ ਥਾਂ ਦਾ ਹੋਇਆ ਉਹ ਸ਼ਾਮ ਨੂੰ ਵਿਨ ਗੇਟ ਰਾਹੀਂ ਗੁਰਦੁਆਰਾ ਸ਼ਹੀਦਗੰਜ ਵਿਖੇ ਜਾ ਕੇ ਸੰਪੰਨ ਹੋਏਗਾ। ਇਸ ਤਰ੍ਹਾਂ 26 ਤਰੀਕ ਨੂੰ ਬਹੁਤ ਹੀ ਸ਼ਰਧਾ ਭਾਵਨਾ ਜਿਹੜਾ ਇਹ ਜਨਮ ਦਿਹਾੜਾ ਹੈ ਉਹਨਾਂ ਦਾ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ। ਉਸ ਦਿਨ ਵੱਖਰੇ ਤੌਰ 'ਤੇ ਅੰਮ੍ਰਿਤ ਸੰਚਾਰ ਵੀ ਹੋਗਾ ਔਰ ਵੱਖ-ਵੱਖ ਤਰ੍ਹਾਂ ਮਤਲਬ ਕਵੀ ਦਰਬਾਰ ਆ, ਢਾਡੀ ਦਰਬਾਰ ਆ, ਕੀਰਤਨ ਆ, ਉਹ ਸਮਾਗਮ ਜਿਹੜੇ ਆ ਗੁਰਮਤਿ ਸਮਾਗਮ ਹੋਣਗੇ। ਆਮ ਤੀ ਕੇ ਬੜੀ ਬਹੁਤ ਹੀ ਵੱਖਰੀ ਕਿਸਮ ਦੀ ਜਿਹੜੀ ਉੱਥੇ ਅਦਭੁਤ ਕਿਸਮ ਦੀ ਜਿਹੜੀ ਲੀਲਾ ਹੈ ਗੁਰੂ ਮਹਾਰਾਜ ਦੇ ਰਹਿਮਤ ਦੀ ਛਾਇਆ ਦਿੱਤੀ ਹੈ ਉਹ ਚੱਲੇਗੀ ਔਰ ਇਸ ਨਾਲ ਦੂਰ ਦੁਰਾਡੇ ਤੋਂ ਸੰਗਤ ਜਿਹੜੀ ਆ ਉੱਥੇ ਪੂਰੀ ਨਤਮਸਤਕ ਹੋ ਕੇ ਆਪਣੀ ਸ਼ਰਧਾ ਦੇ ਨਾਲ ਅੰਦਰ ਹੁੰਦੀ ਹੈ। ਇਹ ਦਿਹਾੜਾ ਜਿਹੜਾ ਸੰਗਤਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਹੈ ਔਰ ਖਾਸ ਤੌਰ ਜਿਹੜੇ ਅੰਮ੍ਰਿਤਸਰ ਦੀ ਸੰਗਤ ਹੈ ਉਹ ਤਾਂ ਬਹੁਤ ਹੀ ਮਤਲਬ ਰਾਤ ਦਿਨ ਸ਼ਹੀਦਾਂ ਵਿਖੇ ਜੁੜੀ ਰਹਿੰਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਮੱਥਾ ਟੇਕਣ ਆਉਣ ਵਾਲੀਆਂ ਸੰਗਤਾਂ ਮੱਥਾ ਟੇਕਣ ਤੋਂ ਬਾਅਦ ਹਰੀਕੇ ਪੌੜੀ ਤੋਂ ਅੰਮ੍ਰਿਤ ਦਾ ਚੂਲਾ ਲੈ ਕੇ ਆਪਣਾ ਜੀਵਨ ਸਫਲਾ ਕਰਦੀਆਂ ਨੇ। ਸੰਗਤਾਂ ਅੰਮ੍ਰਿਤ ਚੂਲਾ ਲੈਣ ਮੌਕੇ ਛੱਤ ਦੇਣ ਵਾਲਾ ਲੱਕੜ ਦਾ ਕਰੀਬ 100 ਸਾਲ ਪੁਰਾਣਾ ਛੱਜਾ ਜੋ ਸਿਉਂਕ ਅਤੇ ਸਿਲੇ ਦੀ ਮਾਰ 'ਚ ਆਉਣ ਕਰਕੇ ਖਸਤਾ ਹੋ ਗਿਆ ਸੀ, ਹੁਣ ਉਸ ਨੂੰ ਬੀਤੇ ਦਿਨੀ ਉਤਾਰ ਲਿਆ ਗਿਆ। ਇਹ ਛੱਜਾ ਲੱਕੜ ਦੇ ਫਟਿਆਂ ਅਤੇ ਲੈਂਟਰ ਨਾਲ ਬੱਝਿਆ ਸੀ, ਪਰ ਇਸ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪੁਰਾਤਨ ਇਮਾਰਤ ਨਾਲ ਨਾ ਤਾਂ ਕੋਈ ਸਿੱਧਾ ਜੜਾ ਸੀ ਤੇ ਨਾ ਹੀ ਇਤਿਹਾਸਿਕ ਜੋੜ ਸੀ। ਫਿਰ ਵੀ ਇਸ ਦੀ ਪ੍ਰਾਤਨਤਾ ਨੂੰ ਵੇਖਦਿਆਂ ਹੋਇਆਂ ਕਮੇਟੀ ਵੱਲੋਂ ਨੋਇਡਾ ਅਤੇ ਚੰਡੀਗੜ੍ਹ ਦੇ ਮਾਹਿਰ ਬੁਲਾ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਪਹਿਲਾਂ ਕੀਤੀ ਗਈ।
ਜੋ ਕਿ ਸਿਉਂਕ ਦੀ ਵੱਡੀ ਮਾਰ ਕਰਕੇ ਸਫਲ ਨਹੀਂ ਹੋ ਸਕੀ। ਸਰੋਵਰ ਦੇ ਜਲ ਦੇ ਵਿੱਚ ਵੀ ਸਿਉਂਕ ਦੇ ਡਿੱਗਣ ਦੀ ਸੰਭਾਵਨਾ ਵੱਧ ਰਹੀ ਸੀ, ਜਿਸ ਦੀ ਥਾਂ ਮੁੰਬਈ ਨਿਵਾਸੀ ਬੀਬੀ ਮਨਿੰਦਰ ਕੌਰ ਬੇਦੀ ਵੱਲੋਂ ਤਾਤਾਂ ਦੀ ਸੁਨਹਿਰੀ ਛੱਤ ਲਈ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਹੋਇਆਂ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਭਾਵੇਂ ਇਹ ਛੱਜਾ ਸ਼੍ਰੀ ਹਰਿਮੰਦਰ ਸਾਹਿਬ ਦੀ ਵਿਰਾਸਤੀ ਇਮਾਰਤ ਦਾ ਹਿੱਸਾ ਨਹੀਂ ਹੈ, ਪਰ ਫਿਰ ਵੀ ਕਮੇਟੀ ਵੱਲੋਂ ਇਸ ਨੂੰ ਬਚਾਉਣ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਨੇ। ਪਰ ਇੱਥੇ ਵਧੇਰੇ ਸਿਉਂਕ ਹੋਣ ਕਰਕੇ ਇਹ ਸਫਲ ਨਹੀਂ ਹੋ ਸਕੇ, ਜਿਸ ਕਰਕੇ ਹੁਣ ਇਸ ਨੂੰ ਬਦਲਣ ਦਾ ਹੀ ਫੈਸਲਾ ਕਮੇਟੀ ਦੀ ਅੰਤਰਿੰਗ ਬੈਠਕ ਵਿੱਚ ਲਿਆ ਗਿਆ ਹੈ, ਜਿਸੇ ਚੱਲਦਿਆਂ ਇਹ ਸੇਵਾ ਬੀਬੀ ਮਨਿੰਦਰ ਕੌਰ ਬੇਦੀ ਨੂੰ ਦਿੱਤੀ ਗਈ ਹੈ, ਜੋ ਪਹਿਲਾਂ ਵੀ ਗੁਰੂ ਘਰ ਦੇ ਵਿੱਚ ਸੋਨੇ ਦੀ ਸੇਵਾ ਨਿਭਾ ਚੁੱਕੇ ਨੇ। ਉਨ੍ਹਾਂ ਕਿਹਾ ਕਿ ਹੁਣ ਇਸ ਦੀ ਥਾਂ ਤੇ ਸਟੀਲ ਤਾਂਬੇ ਦੇ ਨਾਲ ਛੱਜਾ ਤਿਆਰ ਕੀਤਾ ਜਾਏਗਾ ਤੇ ਉਸ ਉੱਪਰ ਸੋਨੇ ਦੀ ਪਰਤ ਚੜਾਈ ਜਾਏਗੀ। ਉਨ੍ਹਾਂ ਕਿਹਾ ਕਿ ਸੇਵਾ ਦੇ ਸਮੇਂ ਦੌਰਾਨ ਆਰਜ਼ੀ ਛੱਤ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਛੱਜਾ ਪਵਨ ਮੁਕਤ ਇਮਾਰਤ ਦਾ ਪੁਰਾਤਨ ਹਿੱਸਾ ਨਹੀਂ ਸੀ ਤੇ ਸੇਵਾ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਏਗੀ। ਹਰਕੀ ਪੌੜੀ ਦਾ ਜਿਹੜਾ ਪਿਛਲਾ ਪਾਸਾ ਜਿੱਥੋਂ ਅੰਮ੍ਰਿਤ ਜਲ ਜਿੱਥੋਂ ਸਿੱਖ ਸੰਗਤਾਂ ਲੈਂਦੀਆਂ, ਉੱਥੇ ਛੱਜਾ ਬਣਿਆ ਹੋਇਆ ਸੀ ਲੱਕੜ ਦਾ ਤੇ ਸੀਮੈਂਟ ਦਾ, ਔਰ ਉਹ ਸਿਉਂਕ ਲੱਗਣ ਕਰਕੇ ਉਹ ਖਰਾਬ ਹੋ ਗਿਆ ਔਰ ਉਹਨੂੰ ਬਦਲਣ ਦੀ ਜਿਹੜੀ ਸੀ ਬੜੀ ਲੋੜ ਮੁਸ਼ਕ ਕੀਤੀ ਗਈ। ਹਾਲਾਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪੁਰਾਤਨਤਾ ਨਾਲ ਉਸ ਛੱਜੇ ਦਾ ਕੋਈ ਮਤਲਬ ਸੰਬੰਧ ਨਹੀਂ, ਲੇਕਿਨ ਫਿਰ ਵੀ ਇਹ ਛੱਜਾ ਵੀ 100 ਸਾਲ ਪੁਰਾਣਾ ਸੀ ਤੇ ਕੁਦਰਤੀ ਤੌਰ ਤੇ ਉਹਦੇ ਸੰਬੰਧ ਵਿੱਚ ਵੀ ਸੰਗਤਾਂ ਦੇ ਮਨ ਵਿੱਚ ਇੱਕ ਲਗਨ ਬਣ ਜਾਂਦੀ ਹੈ, ਲਗਾਅ ਬਣ ਜਾਂਦਾ। ਤਾਂ ਹੁਣ ਉਸ ਨੂੰ ਠੀਕ ਕਰਨ ਲਈ ਔਰ ਉਹਨੂੰ ਨਵੇਂ ਸਿਰਿਓਂ ਉਸੇ ਤਰ੍ਹਾਂ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦਮ ਉਪਰਾਲਾ ਕੀਤਾ। ਬੀਬੀ ਮਨਿੰਦਰ ਕੌਰ ਬੇਦੀ ਵੱਲੋਂ ਸੇਵਾ ਲਈ ਗਈ ਹੈ। ਇਹ ਜਿਹੜਾ ਹੁਣ ਛੱਜਾ ਬਣੇਗਾ, ਇਹ ਸਟੀਲ ਦਾ, ਤਾਂਬੇ ਦਾ, ਉਹਦੇ ਉੱਤੇ ਸੋਨਾ ਚੜਾਇਆ ਜਾਏਗਾ ਔਰ ਇਹਨੂੰ ਬੜੇ ਖੂਬਸੂਰਤ ਤਰੀਕੇ ਨਾਲ ਉਹ ਤਿਆਰ ਕਰਵਾਇਆ ਜਾਏਗਾ ਔਰ ਬਹੁਤ ਥੋੜ੍ਹੇ ਸਮੇਂ 'ਚ ਇਹ ਛੱਜਾ ਤਿਆਰ ਹੋ ਕੇ ਸੰਗਤਾਂ ਨੂੰ ਜਿਹੜਾ ਉਹ ਭੇਟ ਹੋ ਜਾਏਗਾ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਧਰਤੀ, ਜਿੱਥੇ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਮਾ ਸਮਾਂ ਰਹਿ ਕੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਸੀ। ਖਡੂਰ ਸਾਹਿਬ ਸਥਿਤ ਗੁਰਦੁਆਰਾ ਤਪਿਆਨਾ ਸਾਹਿਬ, ਜੋ ਕਿ ਗੁਰੂ ਜੀ ਦੇ ਨਾਲ ਸੰਬੰਧਿਤ ਧਾਰਮਿਕ ਸਥਾਨ ਹੈ, ਇਸ ਸਥਾਨ ਤੇ ਗੁਰੂ ਅੰਗਦ ਦੇਵ ਜੀ ਵੱਲੋਂ ਭਾਈ ਬਾਲਾ ਜੀ ਰਾਹੀਂ ਭਾਈ ਪੈੜਾ ਮੌਖਾ ਪਾਸੋਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਲਿਖਵਾਈ ਗਈ ਸੀ ਤੇ ਐਸੇ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਕੀਰਤਨ ਕੀਤਾ ਸੀ। ਉਕਤ ਧਾਰਮਿਕ ਸਥਾਨ ਬਣੀ ਪੁਰਾਤਨ ਬਾਰਾਂਦਰੀ ਅਤੇ ਖੂਹੀ, ਜੋ ਕਿ ਪੰਜਾਬ ਦੇ ਪੁਰਾਤੱਤਵ ਵਿਭਾਗ ਦੀ ਖੋਜ ਤੋਂ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੀ ਪਾਈ ਗਈ ਹੈ। ਉਕਤ ਖੂਹੀ ਅਤੇ ਬਾਰਾਂਦਰੀ ਦੀ ਮੁਰੰਮਤ ਕਰਕੇ ਉਸ ਨੂੰ ਮੁੜ ਤੋਂ ਉਹੀ ਰੂਪ ਦਿੱਤਾ ਗਿਆ ਤੇ ਹੁਣ ਇਸ ਨੂੰ ਸੰਗਤਾਂ ਦੇ ਦਰਸ਼ਨਾਂ ਦੇ ਲਈ ਸਮਰਪਿਤ ਕਰ ਦਿੱਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ। ਬਾਬਾ ਸੇਵਾ ਸਿੰਘ ਤੋਂ ਇਲਾਵਾ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦੰਤੀ ਸਮੇਤ ਕਈ ਧਾਰਮਿਕ ਅਤੇ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਧਾਰਮਿਕ ਸਮਾਗਮਾਂ ਤੋਂ ਬਾਅਦ ਗੁਰੂ ਸਾਹਿਬ ਦੀਆਂ ਉਕਤ ਨਿਸ਼ਾਨੀਆਂ ਨੂੰ ਗੁਰੂ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਉਕਤ ਸਥਾਨਾਂ ਤੇ ਨਗਰ ਕੀਰਤਨ ਦੀ ਸ਼ਕਲ ਵਿੱਚ ਜਾ ਕੇ ਮੂਲ ਮੰਤਰ ਦਾ ਪਾਠ ਕਰਨ ਤੋਂ ਬਾਅਦ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ। ਪੰਜਾਬ ਦੇ ਪੁਰਾਤੱਤਵ ਵਿਭਾਗ ਦੇ ਸਾਬਕਾ ਅਧਿਕਾਰੀ ਰਜਿੰਦਰ ਸਿੰਘ ਬਾਠ ਨੇ ਕਿਹਾ ਕਿ ਬਾਬਾ ਜੀ ਨੇ ਉਹਨਾਂ ਪਾਸ ਪਹੁੰਚ ਕੀਤੀ ਸੀ ਤੇ ਉਹਨਾਂ ਦੇ ਵਿਭਾਗ ਵੱਲੋਂ ਖੋਜ ਕਰਨ ਤੇ ਪਾਇਆ ਗਿਆ ਕਿ ਬਾਰਾਂਦਰੀ ਅਤੇ ਖੂਹ 16ਵੀਂ ਸ਼ਤਾਬਦੀ ਵਿੱਚ ਬਣਾਏ ਗਏ ਨੇ, ਜੋ ਕਿ ਗੁਰੂ ਸਾਹਿਬ ਦੇ ਸਮੇਂ ਦੌਰਾਨ ਹੀ ਬਣੇ ਹਨ ਅਤੇ ਗੁਰੂ ਸਾਹਿਬ ਦੇ ਨਾਲ ਹੀ ਸੰਬੰਧਿਤ ਨੇ।
2 ਸਾਲ ਪਹਿਲਾਂ ਬਾਬਾ ਜੀ ਔਰ ਡਾਕਟਰ ਰਘਵੀਰ ਸਿੰਘ ਨੇ ਨਾ ਸਾਡੇ ਕੋਲ ਅਪਰੋਚ ਕੀਤੀ ਸੀ ਪੰਜਾਬ ਸਰਕਾਰ ਕੋਲ, ਤੇ ਅਸੀਂ 2 ਸਾਲ ਤੋਂ ਇੱਥੇ ਆਏ ਸੀ, ਟੂਰ ਕੀਤਾ, ਤੇ ਡਾਇਰੈਕਟਰ ਸਾਹਿਬ ਤੇ ਮੈਂ ਤੇ ਇੰਜੀਨੀਅਰ ਸਾਹਿਬ ਸੀ ਤੇ ਇੱਕ ਸਾਡਾ ਜੇਈ ਸੀ, ਤੇ ਅਸੀਂ ਉਹ ਟੂਰ ਕਰਨ ਤੋਂ ਬਾਅਦ ਇਹ ਦੇਖੀ ਤੇ ਬਾਰਾਮਤੀ, ਤੇ ਫਿਰ ਅਸੀਂ ਇਹਨੂੰ ਖੋਜ ਕੀਤੀ ਇਹਦੀ ਰਿਸਰਚ ਦੇ ਵਿੱਚ ਤੇ ਗਜ਼ਟੀਅਰ ਵਿੱਚ ਹਿਸਟਰੀ ਦੇ ਵਿੱਚ ਕੀਤੀ ਇਹਦੀ ਖੋਜ ਵੀ, ਤਾਂ ਸਾਨੂੰ ਪਤਾ ਲੱਗੇ ਵੀ ਇਹ 16ਵੀਂ ਇਹਦੀ ਡਿਜ਼ਾਈਨ ਆਰਕੀਟੈਕਟ ਪੱਖੋਂ ਤੇ ਇਹਦੀ ਜਿਹੜੀ ਲਖੌਰੀ ਇੱਟ ਵਰਤੀ ਹੋਈ ਹੈ ਇਹਦੇ ਤੇ ਸਾਨੂੰ ਇਹਦਾ ਇਹ ਅਸੀਂ ਨਤੀਜੇ ਤੇ ਪਹੁੰਚੇ ਵੀ ਇੱਕ ਇਹ ਤੇ ਇੱਕ ਖੂਹੀ ਜਿਹੜੀ ਇਹ ਮੇਨ ਇੱਕ ਸਮਕਾਲੀ ਬਣੀਆਂ ਹੋਈਆਂ ਨੇ, ਤੇ ਉਸ ਤੋਂ ਬਾਅਦ ਅਸੀਂ ਫਿਰ ਇਹਦੀ ਦੇਖੀਏ 16ਵੀਂ ਸ਼ਤਾਬਦੀ ਦੀ ਬਣੀ ਹੋਈ ਹੈ, ਕਿਉਂਕਿ 16ਵੀਂ ਸ਼ਤਾਬਦੀ ਤੋਂ ਬਾਅਦ ਮਾਰਬਲ ਦੀਆਂ ਬਾਰਾਂਦਰੀਆਂ ਬਣ ਲੱਗ ਗਈਆਂ ਸੀ, ਇਸ ਕਰਕੇ ਗੁਰੂ ਅੰਗਦ ਸਾਹਿਬ ਦੇ ਟਾਈਮ ਦੀ ਹੈ। ਵਰਤੋਂ ਇਹਦੇ ਵਿੱਚ ਚੂਨਾ ਸੁਰਖੀ ਤੇ ਕੀਤੀ ਗਈ ਹੈ, ਜਿਹੜੀ ਕਿ ਹੁਣ ਇਹਦੇ ਵਿੱਚ ਕੰਜ਼ਰਵੇਸ਼ਨ ਕੀਤੀ ਹੈ ਇਹਦੀ। ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਨੇ ਦੱਸਿਆ ਕਿ ਉਕਤ ਖੂਹੀ ਤੋਂ ਮਾਤਾ ਖੀਵੀ ਚੀਜ਼ਾਂ ਲੈ ਕੇ ਭੋਜਨ ਤਿਆਰ ਕਰਦੇ ਸਨ। ਉਹਨਾਂ ਕਿਹਾ ਕਿ ਪੁਰਾਤਤਵ ਵਿਭਾਗ ਨੇ ਖੋਜ ਕਰਕੇ ਇਹ ਸਿੱਧ ਕੀਤਾ ਹੈ ਕਿ ਬਾਰਾਦਰੀ ਅਤੇ ਖੂਹੀ ਪੁਰਾਤਨ ਇਮਾਰਤਾਂ ਹਨ। ਪਾਵਨ ਧਰਤੀ ਖਡੂਰ ਸਾਹਿਬ, ਜਿਸ ਨੂੰ 8 ਗੁਰੂ ਸਾਹਿਬਾਨਾਂ ਨੇ ਆਪਣੇ 12 ਚਰਨ ਪਾ ਕੇ ਪਵਿੱਤਰ ਕੀਤਾ ਹੈ, ਅੰਮ੍ਰਿਤਸਰ ਤੋਂ ਤਕਰੀਬਨ 40 ਕਿਲੋਮੀਟਰ ਦੂਰੀ ਤੇ ਹੈ, ਜੋ ਇੱਥੇ ਪੁਰਾਤਨ ਬਾਰਾਦਰੀ ਔਰ ਖੂਹੀ ਮਾਤਾ ਖੀਵੀ ਜੀ, ਜਿੱਥੋਂ ਜਲ ਲੈ ਕੇ ਮਹਾਨ ਮਾਤਾ ਜੀ ਮਾਤਾ ਖੀਰ ਘਿਆਲੀ ਬਣਾਉਂਦੇ ਸਨ, ਉਹ ਪੁਰਾਤਨ ਵਿਭਾਗ ਪੰਜਾਬ ਨੇ ਖੋਜ ਕਰਕੇ ਇਹਨੂੰ ਸਿੱਧ ਕੀਤਾ ਕਿ ਗੁਰੂ ਕਾਲ ਵੇਲੇ ਦੀ ਇਹ ਸਾਰੀਆਂ ਇਮਾਰਤਾਂ ਨੇ। ਉਹਨਾਂ ਨਾਲ ਸ਼ੁਭ ਆਰੰਭ ਕਾਰਜ ਜੋ ਸਮਰਪਿਤ ਕੌਮ ਨੂੰ ਸੰਗਤ ਨੂੰ ਕੀਤੀ ਹੈ, ਉਹਦਾ ਸਮਾਗਮ ਦੇ ਸੰਬੰਧ ਵਿੱਚ ਸਮੂਹ ਸੰਗਤਾਂ ਨੂੰ ਇੱਥੇ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ, ਵਿਸ਼ੇਸ਼ ਤੌਰ ਜਿਹਨਾਂ ਗੁਰਮੁਖਾਂ ਨੇ ਖੋਜ ਦੇ ਵਿੱਚ ਯੋਗਦਾਨ ਪਾਇਆ ਹੈ ਔਰ ਪੁਰਾਤਨ ਵਿਭਾਗ ਨੇ ਜਿਨ੍ਹਾਂ ਨੇ ਆਪਣੀ ਖੋਜ ਕਰਕੇ ਸਾਨੂੰ ਇਹ ਸਾਰਾ ਪ੍ਰਮਾਣ ਪੱਤਰ ਦਿੱਤਾ ਹੈ, ਉਹਨਾਂ ਦਾ ਧੰਨਵਾਦ ਸਮੂਹ ਸੰਗਤਾਂ ਦਾ। ਇਸ ਮੌਕੇ ਤੇ ਬਾਬਾ ਸੇਵਾ ਸਿੰਘ ਅਤੇ ਗਿਆਨੀ ਯੋਗਿੰਦਰ ਸਿੰਘ ਵੇਦੰਤੀ ਵੱਲੋਂ ਕਾਰਜ ਵਿੱਚ ਹਿੱਸਾ ਪਾਉਣ ਵਾਲਿਆਂ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। बल बल जाइए ऐसे गुरु को, 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 बल बल ਅਸੀਂ ਜਿਸ ਥਾਂ ਤੇ ਖੜੇ ਆ ਇਹ ਕਿਸੇ 5 ਸਟਾਰ ਹੋਟਲ ਦੀ ਲੌਬੀ ਨਹੀਂ ਹੈ। ਤੁਹਾਨੂੰ ਸੁਣ ਕੇ ਹੈਰਾਨਗੀ ਹੋਵੇਗੀ ਕਿ ਇੱਕ ਸਰਾਂ ਹੈ। ਜੀ ਹਾਂ, ਪਟਨਾ ਸਾਹਿਬ ਦੇ ਵਿੱਚ
ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਿਹੜੀ ਸੰਗਤ ਆਂਦੀ ਹੈ ਉਸ ਦੀ ਰਿਹਾਇਸ਼ ਦੇ ਉਚੇਚੇ ਪ੍ਰਬੰਧ ਜਿਹੜੇ ਨੇ ਸੰਗਤਪੁਰੀ ਵਾਲਾ ਵੱਲੋਂ ਕੀਤੇ ਗਏ ਨੇ। ਇਸ 5 ਸਟਾਰ ਸਰਾਂ ਦੇ ਵਿੱਚ ਜੇਕਰ ਤੁਸੀਂ ਨਜ਼ਰ ਪਾਓ ਤਾਂ ਤੁਹਾਨੂੰ ਲੈਵੀਅਸ਼ ਕਮਰੇ ਨਜ਼ਰ ਆਣਗੇ। ਇੱਥੇ ਜਿਹੜੀ ਸੰਗਤ ਆਂਦੀ ਹੈ ਉਸ ਦੇ ਰਹਿਣ ਸਹਿਣ ਦਾ ਪੂਰਾ ਇੰਤਜ਼ਾਮ ਜਿਹੜਾ ਬੜੇ ਸੁਚੱਜੇ ਢੰਗ ਦੇ ਨਾਲ ਸੰਗਤਾਂ ਵੱਲੋਂ ਕੀਤਾ ਗਿਆ ਔਰ ਇਸ ਯਾਤਰੀ ਨਿਵਾਸ ਦਾ ਨਾਮ ਹੈ ਰਾਜ ਮਾਤਾ ਵਿਸ਼ੰਬਰਾ ਦੇਵੀ ਜੀ ਯਾਤਰੀ ਨਿਵਾਸ। ਔਰ ਇਹ ਯਾਦ ਕਰਾ ਦਈਏ ਕਿ ਰਾਜ ਮਾਤਾ ਵਿਸ਼ੰਬਰਾ ਦੇਵੀ ਦਾ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨਾਲ ਬੜਾ ਗੂੜਾ ਸੰਬੰਧ ਹੈ। ਔਰ ਤੁਸੀਂ ਜੇਕਰ ਚਾਰ ਚੁਫੇਰੇ ਨਜ਼ਰ ਪਾਓ ਤਾਂ ਤੁਹਾਨੂੰ ਐਂ ਲੱਗੇਗਾ ਕਿ ਕਿਸੇ 5 ਸਟਾਰ ਹੋਟਲ ਦੀ ਇਹ ਲੌਬੀ ਹੈ, ਪਰ ਇਹ ਲੌਬੀ ਨਹੀਂ ਹੈ, ਇਹ ਆਮ ਸੰਗਤ ਦੇ ਲਈ ਇੱਕ ਯਾਤਰੀ ਨਿਵਾਸ ਹੈ ਜਿੱਥੇ ਸੰਗਤ ਆਂਦੀ ਹੈ ਔਰ ਉਹਨਾਂ ਨੂੰ ਕਮਰੇ ਦਿੱਤੇ ਜਾਂਦੇ ਨੇ, ਰਿਹਾਇਸ਼ ਦਿੱਤੀ ਜਾਂਦੀ ਹੈ ਔਰ ਉਹ ਇੱਥੇ ਰਹਿ ਕੇ ਆਪਣਾ ਜੀਵਨ ਸਫਲਾ ਕਰਦੇ ਨੇ ਕਿਉਂਕਿ ਤਖਤ ਸਾਹਿਬ ਦੇ ਬਿਲਕੁਲ ਨਾਲ ਇਹ ਜਗ੍ਹਾ ਹੈਗੀ ਹੈ ਜਿੱਥੇ ਇਹ ਯਾਤਰੀ ਨਿਵਾਸ ਬਣਾਇਆ ਗਿਆ। ਬੜੇ ਹੀ ਸੋਹਣੇ ਢੰਗ ਦੇ ਨਾਲ ਇਹ ਯਾਤਰੀ ਨਿਵਾਸ ਬਣਾਇਆ ਗਿਆ ਔਰ ਇਹ ਘੱਟੋ ਘੱਟ 5 ਮੰਜ਼ਿਲਾਂ ਇਹਦੀਆਂ ਬਣਾਈਆਂ ਗਈਆਂ ਨੇ ਇਸ ਯਾਤਰੀ ਨਿਵਾਸ ਦੀਆਂ। ਦੂਰ ਦਰਾਡੇ ਜਿਹੜੀ ਸੰਗਤ ਆਂਦੀ ਹੈ ਉਸ ਦੇ ਰਹਿਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਈਵਨ ਕਿ ਆਨਲਾਈਨ ਵੀ ਤੁਸੀਂ ਕਮਰੇ ਬੁੱਕ ਕਰਵਾ ਸਕਦੇ ਹੋ। ਬੜੀ ਵਧੀਆ ਸੇਵਾ ਕੀਤੀ ਜਾ ਰਹੀ ਹੈ ਔਰ ਇੱਕ ਰਿਕਾਰਡ ਹੈ, ਕਹਿੰਦੇ ਬੜੇ ਥੋੜੇ ਸਮੇਂ ਦੇ ਵਿੱਚ ਇਹ ਬਹੁਤ ਵੱਡੀ ਬਿਲਡਿੰਗ ਹੈ ਜਿਹੜੀ ਇਹ ਬਣ ਕੇ ਤਿਆਰ ਹੋਈ ਹੈ। ਔਰ ਸਾਡੇ ਨਾਲ ਉਹ ਬਾਬਾ ਜੀ ਵੀ ਮੌਜੂਦ ਨੇ ਜਿਹੜੇ ਇੱਥੋਂ ਦੇਖ ਰੇਖ ਕਰਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿੰਨੀ ਕੁ ਦੇਰ ਦੇ ਵਿੱਚ ਬਿਲਡਿੰਗ ਤਿਆਰ ਹੋਈ ਹੈ, ਕਿੰਨੇ ਕਮਰੇ ਨੇ ਇਹਦੇ ਵਿੱਚ? ਇਹ 2010 11 ਜੁਲਾਈ ਨੂੰ ਇੱਥੇ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਜੀ। ਲਗਭਗ 5 ਸਾਲ ਦੇ ਵਿੱਚ ਇਹ ਸਰਾਵਾਂ ਤਿਆਰ ਹੋਈਆਂ ਤੇ ਰਸਤਾ ਖੁੱਲਾ ਕੀਤਾ ਗਿਆ। ਬਿਲਡਿੰਗਾਂ ਲੈ ਕੇ ਉਹਨਾਂ ਨੂੰ ਢਾਹ ਕੇ ਤੇ ਪਹਿਲਾਂ ਭੀੜਾ ਰਸਤਾ ਸੀ ਉਹਨੂੰ ਖੁੱਲਾ ਕੀਤਾ ਗਿਆ। ਔਰ ਗੁਰੂ ਕੇ ਲੰਗਰ ਵਾਸਤੇ ਵੀ ਸਾਰਾ ਇੰਤਜ਼ਾਮ ਉਦੋਂ ਤੋਂ ਚੱਲ ਰਿਹਾ ਵਾ। ਇਹ ਜਿਹੜੀਆਂ ਸਰਾਵਾਂ ਵਾ ਬਹੁਤ ਜਲਦੀ ਤਿਆਰ ਹੋਈਆਂ ਵਾ, ਜਿਹੜੀਆਂ ਕਿ ਜਿੰਨੇ ਸਮੇਂ ਤੋਂ ਪਹਿਲਾਂ ਤਿਆਰ ਕਰ ਕਿੰਨੇ ਕਮਰੇ ਇਹਦੇ ਵਿੱਚ? ਇਹਦੇ ਵਿੱਚ ਲਗਭਗ 150 ਕਮਰਾ ਪਹਿਲਾਂ ਤਿਆਰ ਹੋ ਚੁੱਕਾ ਵਾ। 100 ਕਮਰਾ ਇਹ ਨਵੇਂ ਬਿਲਡਿੰਗ ਦੇ ਵਿੱਚ ਬਲਾਕ 3 ਦੇ ਵਿੱਚ ਤਿਆਰ ਹੋਣ ਡਿਆ ਵਾ। ਕਿੰਨਾ ਟਾਈਮ ਲੱਗੂਗਾ ਉਹਨੂੰ? ਇਹ ਵਿਸਾਖੀ ਤੱਕ ਸਾਰੇ ਕਮਰੇ ਜਿਹੜੇ ਆ ਕੰਪਲੀਟ 150 ਤੇ ਕੰਪਲੀਟ ਇਹਦੇ ਚ ਸੰਗਤਾਂ ਆਉਂਦੀਆਂ ਠਹਿਰਦੀਆਂ। ਇਹ 100 ਕਮਰਾ ਵੀ ਵਿਸਾਖੀ ਤੱਕ ਹੋਣ ਦਾ ਸ਼ਤਾਬਦੀ ਤੋਂ ਪਹਿਲਾਂ ਕਰ ਦੋਗੇ ਤਿਆਰ? ਸ਼ਤਾਬਦੀ ਤੋਂ ਪਹਿਲਾਂ ਕੀ ਵਿਸਾਖੀ ਤੋਂ ਪਹਿਲਾਂ ਹੋ ਜਾਵੇਗਾ। ਠੀਕ ਹੈ। ਤੇ ਬਾਬਾ ਜੀ, ਜਿਹੜੀ ਸੰਗਤ ਇੱਥੇ ਆਂਦੀ ਹੈ ਕਿ ਹਰ ਸੰਗਤ ਨੂੰ ਇੱਥੇ ਕਮਰਾ ਤੁਸੀਂ ਪ੍ਰੋਵਾਈਡ ਕਰਾਉਂਦੇ ਨਾਰਮਲ ਜਾਂ ਸਿਰਫ VVIP? ਕਈ ਲੋਕਾਂ ਨੂੰ ਸ਼ਿਕਾਇਤ ਹੈ ਕਿ ਸਿਰਫ ਕਮਰੇ VIP ਲੋਕਾਂ ਨੂੰ ਦਿੱਤੇ ਜਾਂਦੇ ਨੇ। ਅਸੀਂ ਆਪਣਾ ਪੂਰਾ ਪ੍ਰਬੰਧ ਕਰਦੇ ਹਾਂ। ਹੁਣ ਜਿਨ੍ਹਾਂ ਕੋਲੋਂ ਆਪਾਂ ਗਰਾਈਆਂ ਜਾ ਕੇ ਲਿਆਉਨੇ ਆ ਤੇ ਦਾਲ ਦੇ ਟਰੱਕ ਲਿਆਉਨੇ ਆ, ਕਣਕ ਦੇ ਝੋਨਾ ਖੰਡ ਦੁੱਧ ਲਿਆਉਨੇ ਆ, ਤੇ ਜੇ ਉਹਨਾਂ ਨੂੰ ਅਸੀਂ ਇੱਕ ਜ਼ਿੰਦਗੀ ਦੇ ਵਿੱਚ ਇੱਕ ਵਾਰ 2-3 ਦਿਨ ਵਾਸਤੇ ਕਮਰਾ ਦੇ ਦਿੰਨੇ ਆ ਤੇ ਇਹਦੇ ਵਿੱਚ ਕੋਈ ਗੱਲ ਗਲਤ ਤਾਂ ਨਹੀਂ ਗੀ। ਬਾਕੀ ਆਉਂਦਿਆਂ ਨੂੰ ਅਸੀਂ ਸਾਰਿਆਂ ਦਾ ਪ੍ਰਬੰਧ ਕਰਦੇ, ਬਿਸਤਰੇ ਦਿੰਨੇ ਆ, ਕਮਰੇ ਦਿੰਨੇ ਆ। ਗੁਰੂ ਕਾ ਲੰਗਰ ਬਿਨਾਂ ਕਿਸੇ ਵਿਤਕਰੇ ਤੋਂ ਛਕਾਇਆ ਜਾਂਦਾ। ਸਾਨੂੰ ਵੀ ਇਹ ਆ ਸੰਗਤ ਗੁਰੂ ਦਾ ਰੂਪ ਆ, ਪਰ ਕਈ ਵਾਰ ਜਦੋਂ ਜ਼ਿਆਦੀ ਸੰਗਤ ਆ ਜਾਂਦੀ ਆ ਤੇ ਕਮਰੇ ਥੋੜੇ ਹੁੰਦੇ, ਫਿਰ ਜਿਹਨੂੰ ਨਹੀਂ ਮਿਲਦਾ ਉਹ ਤੇ ਆਲੋਚਨਾ ਕਰਦਾ ਹੀ ਹੈ ਤੇ ਕਿਸੇ ਦਾ ਆਪਾਂ ਮੂੰਹ ਨਹੀਂ ਫੜ ਸਕਦੇ। ਸਾਫ਼ ਸਫਾਈ ਤੇ ਹੋਰ ਇੰਤਜ਼ਾਮ ਦਾ ਕੀ ਸਿਸਟਮ ਹੈ? ਸਾਰਾ ਸਾਫ਼ ਸਫਾਈ ਦਾ ਇੰਤਜ਼ਾਮ ਜਿਹੜਾ ਵਾ ਸਾਡੇ ਮਹਾਂਪੁਰਖਾਂ ਦਾ ਇਹ ਆਦੇਸ਼ ਆ ਵੀ ਸਫਾਈ ਸਭ ਤੋਂ ਪਹਿਲਾਂ ਹੋਣੀ ਚਾਹੀਦੀ। ਕੰਮ ਬੇਸ਼ੱਕ ਘੱਟ ਹੋ ਜੇ ਤੇ ਵੈਸੇ ਵੀ ਸਿਆਣਿਆਂ ਦਾ ਕਥਨ ਆ, ਜਿੱਥੇ ਸਫਾਈ ਆ ਉੱਥੇ ਖੁਦਾਈ ਆ, ਜਿੱਥੇ ਸਾਫ਼ ਸੁਥਰਾ ਵਾਤਾਵਰਨ ਆ ਉੱਥੇ ਪਰਮੇਸ਼ਰ ਦਾ ਵਾਸਾ ਵਾ। ਤੇ ਜੇ ਆਪਾਂ ਵੀ ਆਲਸ਼ ਪਾ ਕੇ ਦਲਿੱਦਰ ਪਾ ਛੱਡਾਂਗੇ, ਆਪਣੇ ਕੱਪੜੇ ਨਾ ਧੋਵਾਂਗੇ, ਮੱਖੀਆਂ ਉੱਡ ਕੇ ਬਹਿਣਗੀਆਂ, ਕਿਸੇ ਨਹੀਂ ਆਉਣਾ। ਤੇ ਸਫਾਈ ਨੂੰ ਮੁੱਖ ਰੱਖ ਕੇ ਇੱਥੇ ਸਾਰੇ ਕਾਰਜ ਹੁੰਦੇ ਨੇ। ਸਫਾਈ ਸੇਵਕਾਂ ਰੱਖੀਆਂ, ਸੇਵਕ ਰੱਖੇ ਆ ਜਿਹੜੇ ਆਪਣੀ ਡਿਊਟੀ ਦੌਰਾਨ ਕਾਰਜ ਕਰਦੇ ਆ। ਸੋ ਪੂਰਾ ਇੰਤਜ਼ਾਮ ਇਹਨਾਂ ਵੱਲੋਂ ਕੀਤਾ ਜਾਂਦਾ ਹੈ। ਕਦੇ ਨਾ ਕਦੇ ਕੋਈ ਨਾ ਕੋਈ ਰਹਿ ਹੀ ਜਾਂਦਾ ਹੈ ਕਿਉਂਕਿ ਹਰ ਇੱਕ ਨੂੰ ਕਮਰਾ ਦੇਣਾ ਵੀ ਸ਼ਾਇਦ ਸੁਖਾਲੀ ਗੱਲ ਨਹੀਂ ਹੈ। ਇੰਨੀ ਵੱਡੀ ਗਿਣਤੀ ਦੇ ਵਿੱਚ ਕਮਰੇ ਬਣਾਏ ਹੋਏ ਨੇ, ਪਰ ਸੰਗਤ ਦੇ ਮਨ ਦੇ ਵਿੱਚ ਕੋਈ ਗਿਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਦਰਸ਼ਨ ਕਰਨ ਆਉਂਦੇ ਹੋ ਤਾਂ ਤੁਹਾਨੂੰ ਜਿੱਥੇ ਵੀ ਥਾਂ ਮਿਲ ਜੇ ਉੱਥੇ ਤੁਹਾਨੂੰ ਰਿਹਾਇਸ਼ ਜ਼ਰੂਰ ਕਰਨੀ ਚਾਹੀਦੀ ਹੈ। ਮੈਂ ਥੋੜਾ ਜਿਹਾ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂਗਾ ਜਿਹੜੀ ਬੜੀ ਖਾਸ ਗੱਲ ਇੱਥੇ ਲੱਗੀ ਹੈ। ਇਸ ਪੂਰੀ ਸਰਾਂ ਦੇ ਵਿੱਚ ਗ੍ਰੀਨਰੀ ਦਾ ਬੜਾ ਧਿਆਨ ਰੱਖਿਆ ਗਿਆ। ਹਰ ਕਮਰੇ ਦੇ ਬਾਹਰ ਤੁਹਾਨੂੰ ਗਮਲੇ ਮਿਲਣਗੇ, ਬੂਟੇ ਮਿਲਣਗੇ ਪੌਦਿਆਂ ਦੇ, ਔਰ ਇੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੀ ਸੋਹਣੀ ਗ੍ਰੀਨਰੀ ਹੈ ਔਰ ਉਹਦੇ ਉੱਤੇ ਇੱਕ LCD ਲਗਾਈ ਗਈ ਹੈ ਔਰ ਇੱਥੇ ਹਰ ਵੇਲੇ ਧਾਰਮਿਕ ਫਿਲਮਾਂ ਚੱਲਦੀਆਂ ਰਹਿੰਦੀਆਂ ਨੇ, ਸ਼ਬਦ ਗੁਰਬਾਣੀ ਕੀਰਤਨ ਹੁੰਦਾ ਰਹਿੰਦਾ ਤਾਂ ਜੋ ਜਿਹੜੀ ਸੰਗਤ ਆਂਦੀ ਹੈ ਉਸ ਨੂੰ ਹਰ ਤਰ੍ਹਾਂ ਦੀ ਸਹੂਲੀਅਤ ਇੱਥੇ ਦਿੱਤੀ ਜਾਵੇ। ਇਹ ਬਹੁਤ ਵਧੀਆ ਕਾਰਜ ਜਿਹੜਾ ਇਹ ਸੰਤਾਂ ਵੱਲੋਂ ਕੀਤਾ ਗਿਆ। ਔਰ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਹ ਨਾ ਸਿਰਫ ਇੱਥੇ ਤੱਕ ਸੰਬੰਧਿਤ ਹੈ, ਜਿਹੜੀ ਦੂਸਰੀ ਸਰਾਂ ਹੈ ਉਹਦਾ ਵੀ ਕੰਮ ਜਾਰੀ ਹੈ ਔਰ ਥੋੜੇ ਹੀ ਸਮੇਂ ਦੇ ਵਿੱਚ ਉਹ ਵੀ ਮੁਕੰਮਲ ਹੋ ਜਾਏਗੀ। ਸੋ ਉਮੀਦ ਇਹੀ ਕਰਦੇ ਹਾਂ ਕਿ ਜਿਹੜੀ ਵੀ ਸੰਗਤ ਇੱਥੇ ਆਵੇ, ਜੇ ਮਨ ਦੇ ਵਿੱਚ ਕੋਈ ਗਿਲਾ ਸ਼ਿਕਵਾ ਤਾਂ ਉਹ ਗਿਲੇ ਸ਼ਿਕਵੇ ਇੱਥੇ ਛੱਡ ਕੇ ਹੀ ਜਾਵੇ ਕਿਉਂਕਿ ਸੰਤਾਂ ਵੱਲੋਂ ਜਿਹੜੀਆਂ ਸਰਾਵਾਂ ਬਣਾਈਆਂ ਗਈਆਂ ਨੇ ਉਹ ਸਾਰੀਆਂ ਸੰਗਤਾਂ ਵਾਸਤੇ ਬਣਾਈਆਂ ਗਈਆਂ ਨੇ। ਆਉਣ ਵਾਲੇ 350 ਸਾਲ ਨੇ ਜਿਹੜੇ ਉਹ ਬੜੇ ਮਹੱਤਵਪੂਰਨ ਨੇ। ਸੋ ਸੰਗਤਾਂ ਨੂੰ ਇਹੀ ਸੰਤਾਂ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਰਿਹਾਇਸ਼ ਦਾ ਮਨ ਦੇ ਵਿੱਚੋਂ ਗਿਲਾ ਕੱਢ ਕੇ ਇੱਕ ਵਾਰ ਜ਼ਰੂਰ ਇੱਥੇ ਆਓ, ਤੁਹਾਨੂੰ ਰਿਹਾਇਸ਼ ਦੇ ਪ੍ਰਬੰਧ ਜ਼ਰੂਰ ਮਿਲਣਗੇ।
ਇਸ ਖਾਸ ਪੇਸ਼ਕਸ਼ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਅਹਿਮ ਗਤੀਵਿਧੀਆਂ, ਸਿੱਖ ਇਤਿਹਾਸ ਤੇ ਚਲੰਤ ਮੁੱਦਿਆਂ ਤੋਂ ਜਾਣੂ ਕਰਵਾ ਸਕੀਏ। ਕੋਈ ਵੀ ਵਿਚਾਰ, ਕੋਈ ਵੀ ਸੁਝਾਅ ਇਸ ਪ੍ਰੋਗਰਾਮ ਸੰਬੰਧੀ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.tv। ਅਗਲੇ ਹਫਤੇ ਖਾਸ ਪ੍ਰੋਗਰਾਮ ਸਿੱਖ ਸਰਗਰਮੀਆਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।